ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ, ਅਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿਹੜੇ ਸ਼ਿਰਕਤ ਕਰਦੇ ਨੇ, ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਦੱਸ ਰਿਹਾ ਵੀ ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ, ਇਸ ਨੂੰ ਸਪਾਂਸਰ ਕੀਤਾ ਆ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਕੈਲੀਫੋਰਨੀਆ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਅਤੇ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ 408-722-7698 4087227698 ਦੇ ਉੱਤੇ। ਪੰਜਾਬੀ ਰੇਡੀਓ USA ਦੇ ਇਹ ਜਿਹੜਾ ਪ੍ਰੋਗਰਾਮ ਖਬਰ ਤੇ ਨਜ਼ਰ ਹੈ, ਇਸ ਨੂੰ ਤੁਸੀਂ ਸੁਣ ਸਕਦੇ ਹੋ 832-551-5029 ਨੰਬਰ ਜਾਂ 605-475-6868 ਦੇ ਉੱਤੇ। ਸਾਡੀ ਵੈਬਸਾਈਟ www.punjabiradiousa.com ਦੇ ਉੱਤੇ ਵੀ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦੱਸ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਗੱਲ ਕਰਦੇ ਹਾਂ ਪਹਿਲਾਂ ਜਿਹੜੀ ਹਰਿਆਣੇ ਦੀ ਬਣੀ ਵੱਖਰੀ ਕਮੇਟੀ ਆ, ਉਸ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਜਿਹੜੇ ਆ ਇਹ ਫੈਸਲਾ ਆ ਉਹ ਆਇਆ ਆ ਕੁਛ ਇਸ ਚੀਜ਼ ਨੂੰ ਲੈ ਕੇ। ਜ਼ਰੂਰ ਦੱਸੋ ਵੀ ਇਹ ਕੀ ਫੈਸਲਾ ਹੈਗਾ ਅਤੇ ਇਸ ਦੇ ਪਿੱਛੇ ਕੀ ਹੈਗਾ। ਐਕਚੁਅਲੀ ਦੇਖਿਆ ਜਾਵੇ ਤਾਂ ਜਿਹੜੇ ਇਹਦੇ ਦੋ ਪੱਖ ਨੇ ਜੀ ਇਸ ਫੈਸਲੇ ਦੇ। ਪਹਿਲਾ ਤਾਂ ਪੱਖ ਇਹ ਹੈ ਕਿ ਸੁਪਰੀਮ ਕੋਰਟ ਨੇ ਇਹਦੇ ਉੱਤੇ ਪਾਬੰਦੀ ਲਾਉਣ ਤੋਂ ਜਿਹੜਾ ਜੀ ਨਾ ਕੀਤੀ ਹੈ ਜੀ, ਉਹਨੇ ਕੋਈ ਪਾਬੰਦੀ ਨਹੀਂ ਲਾਈ। ਇੱਕ ਦੂਸਰੀ ਗੱਲ ਉਹਨੇ ਇਹ ਕਹੀ ਹੈ ਕਿ ਦੋਨੋਂ ਜਿਹੜੇ ਧੜੇ ਨੇ ਉਹ ਵੱਖਰੇ ਖਾਤੇ ਖੁਲਵਾਉਣ। ਜਦੋਂ ਤੱਕ ਇਹਦਾ ਫੈਸਲਾ ਸੁਪਰੀਮ ਕੋਰਟ ਜਿਹੜਾ ਅਗਲਾ 25 ਅਗਸਤ ਨੇ ਜਿਹੜੀ ਤਰੀਕ ਰੱਖੀ ਆ, ਉਦੋਂ ਤੱਕ ਜਿਹੜਾ ਇਸ ਮਾਮਲੇ ਦੇ ਉੱਤੇ ਨਹੀਂ ਕਰ ਦਿੰਦੀ, ਬਾਕੀ ਜਿਹੜੇ ਪੁਰਾਣੇ ਖਾਤੇ ਚੱਲ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਨਾਲ ਕੰਮ ਨਹੀਂ ਚੱਲੂਗਾ ਜੀ। ਨਵੇਂ ਜਿਹੜੇ ਖਾਤੇ ਨੇ ਉਹ ਖੁਲਵਾਉਣੇ ਪੈਣਗੇ। ਤੀਸਰਾ ਇਹਦਾ ਪੱਖ ਜਿਹੜਾ ਇਹ ਹੈ ਜੀ ਕਿ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਗੁਰਦੁਆਰਿਆਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਹੈ ਜੀ, ਉਹ ਉਹਦੇ ਕੋਲੇ ਰਹਿਣਗੇ। ਜਿਨ੍ਹਾਂ ਦੇ ਉੱਤੇ ਨਵੀਂ ਬਣੀ ਹਰਿਆਣਾ ਕਮੇਟੀ ਨੇ ਕਬਜ਼ਾ ਕਰ ਲਿਆ, ਉਹ ਅਗਲੇ ਹੁਕਮਾਂ ਤੱਕ ਉਹ ਉਹਦੇ ਉੱਤੇ ਕਾਬਜ਼ ਜਿਹੜੇ ਜੀ ਉਹ ਰਹਿਣਗੇ ਜੀ। ਤੋ ਇਸ ਕਰਕੇ ਇਹ ਕੁਝ ਟੈਕਨੀਕਲ ਜਿਹੜੇ ਪੱਖ ਨੇ ਤਾਂ ਕਿ ਕਾਨੂੰਨ ਮੁਤਾਬਕ ਇਹਦੇ ਉੱਤੇ ਪਾਬੰਦੀ ਜਿਹੜੀ ਆ ਉਹ ਨਹੀਂ ਲੱਗ ਸਕਦੀ। ਹਾਂ, ਜਿਹੜੇ ਕੁਝ ਨੁਕਤੇ ਉਠਾਏ ਗਏ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਉਹ ਕਾਨੂੰਨ ਮੁਤਾਬਕ ਗੌਰ ਕਰਕੇ ਅਗਲਾ ਫੈਸਲਾ ਜਿਹੜਾ ਜੀ ਉਹ ਸੁਪਰੀਮ ਕੋਰਟ ਜਿਹੜੀ ਆ ਉਹ ਸੁਣਾਊਗੀ। ਜਿਹੜੇ ਜਗਜੀਤ ਸਿੰਘ ਝੀਂਡਾ ਨੇ, ਉਹਨਾਂ ਨੇ ਇਹ ਕਿਹਾ ਕਿ ਅਸੀਂ ਹਰ ਪੱਖੋਂ ਜਿਹੜੀ ਸ਼ਾਂਤੀ ਆ ਉਹ ਬਹਾਲ ਰੱਖਾਂਗੇ ਔਰ ਕਿਸੇ ਕਿਸਮ ਦੀ ਗੜਬੜ ਜਿਹੜੀ ਉਹ ਨਹੀਂ ਪੈਦਾ ਕਰਾਂਗੇ। ਜਿਹੜੀ ਹਰਿਆਣੇ ਦੀ ਸਰਕਾਰ ਆ ਜੀ, ਉਹਨੂੰ ਵਿਸ਼ੇਸ਼ ਤੌਰ ਦੇ ਉੱਤੇ ਹੁਕਮ ਸੁਪਰੀਮ ਕੋਰਟ ਨੇ ਦਿੱਤੇ ਆ ਕਿ ਉੱਥੇ ਸ਼ਾਂਤੀ ਬਣਾਏ ਰੱਖਣ ਦੇ ਵਾਸਤੇ ਹਰ ਸੰਭਵ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾਵੇ। ਐਕਸਟਰਾ ਪੁਲਿਸ ਜਿਹੜੀ ਆ ਜੀ ਉੱਥੇ ਤਾਇਨਾਤ ਕੀਤੀ ਜਾਵੇ ਤਾਂ ਕਿ ਕਿਸੇ ਕਿਸਮ ਦੀ ਗੜਬੜ ਜਿਹੜੀ ਆ ਉਹ ਨਾ ਹੋਵੇ। ਜਿਹੜੀ ਟਿੱਪਣੀ ਇੱਕ ਜਥੇਦਾਰ ਵੱਲੋਂ ਕਰਨੀ ਚਾਹੀਦੀ ਸੀ ਨਾ ਜੀ, ਉਹ ਟਿੱਪਣੀ ਸੁਪਰੀਮ ਕੋਰਟ ਤੇ ਮਾਨਯੋਗ ਜੱਜ ਲੋਧਾ ਸਾਹਿਬ ਜਿਹੜੇ ਉਹਨਾਂ ਨੇ ਕੀਤੀ ਆ, ਉਹ ਕਹਿੰਦੇ ਜ਼ਖਮਾਂ ਦੇ ਉੱਤੇ ਮਲਮ ਲਾਉਣ ਦਾ ਕੰਮ ਕਰੋ, ਲੂਣ ਨਾ ਪਾਓ, ਤਾਂ ਕਿ ਇਹਦੇ ਨਾਲ ਹੋਰ ਜ਼ਿਆਦਾ ਜਿਹੜੀ ਕਹਾਣੀ ਹੈ ਉਹ ਵਧੇ ਨਾ। ਤੋ ਇਹ ਵੀ ਟਿੱਪਣੀ ਜਿਹੜੀ ਹੈ ਜੀ ਬੜੇ ਅਹਿਮ ਜਿਹੜੀ ਧਿਆਨ ਹੈ ਉਹ ਮੰਗਦੀ ਹੈ। ਤੋ ਹੁਣ 25 ਦੇ ਉੱਤੇ ਜਿਹੜੀ ਨਿਗਾਹਾਂ ਸਾਰੀਆਂ ਨੇ ਉਹ ਲੱਗੀਆਂ ਰਹਿਣਗੀਆਂ। ਜਿਨ੍ਹਾਂ ਦੇ ਉੱਤੇ ਹਰਿਆਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਨੇ ਕਬਜ਼ਾ ਕਰ ਲਿਆ ਸੀਗਾ ਗੁਰਦੁਆਰਿਆਂ ਦੇ ਉੱਤੇ, ਉਹਨਾਂ ਦੇ ਕੁਝ ਮੁਲਾਜ਼ਮ ਜਿਹੜੇ ਭੱਜ ਗਏ ਸੀਗੇ ਉੱਥੋਂ, ਉਹ ਵਾਪਸ ਪਰਤ ਆਏ ਨੇ। ਔਰ ਉਹਨਾਂ ਦਾ ਇਹ ਕਹਿਣਾ ਨਵਿਆਂ ਦਾ ਜੀ ਕਿ ਉਹਨਾਂ ਨੇ ਅਧੀਨਗੀ ਜਿਹੜੀ ਕਬੂਲ ਕਰ ਲਈ ਹੈ ਕਿ ਉਹ ਨਵੀਂ ਬਣੀ ਕਮੇਟੀ ਦੇ ਅੰਡਰ ਜਿਹੜਾ ਜੀ ਕੰਮ ਕਰਨ ਦੇ ਵਾਸਤੇ ਤਿਆਰ ਨੇ। ਇਸ ਕਰਕੇ ਉਹ ਆਪਣੀਆਂ ਜੌਬਸ ਦੇ ਉੱਤੇ ਭਰਤ ਆਏ ਨੇ। ਇਹ ਮੈਂ ਤਾਂ ਕਰਕੇ ਸ਼ੇਅਰ ਕਰ ਰਿਹਾ ਜੀ, ਹੋ ਸਕਦਾ ਇਸ ਤਰੀਕੇ ਦੇ ਨਾਲ ਹੁਣ ਜਿਹੜੀ ਨਵੀਂ ਬਣੀ ਕਮੇਟੀ ਆ, ਉਹ ਜਿਹੜੇ ਕੰਮ ਕਰਨ ਵਾਲੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਪਲੋਸੂਗੀ ਇੱਕ ਕਿਸਮ ਦੇ ਨਾਲ ਕਿ ਅਸੀਂ ਤੁਹਾਨੂੰ ਉੱਦਾਂ ਹੀ ਰੱਖਦੇ ਹਾਂ, ਤੁਸੀਂ ਪਰ ਅਧੀਨ ਆ ਜਾਓ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ। ਜੀ। ਸੋ ਹਾਲ ਦੀ ਘੜੀ ਜਿਹੜਾ ਹੈ ਜੀ ਇਸ ਤਰੀਕੇ ਦੇ ਉੱਤੇ ਜਿਹੜਾ ਹੁਣ ਸੁਪਰੀਮ ਕੋਰਟ ਆ ਉਸ ਦਾ ਇਹ ਜਿਹੜਾ ਫੈਸਲਾ ਆ ਚੁੱਕਾ ਹੈ, ਅਤੇ ਉਸ ਦੇ ਬਾਰੇ ਜਿਹੜਾ ਜੀ ਤੁਸੀਂ ਬਿਲਕੁਲ ਵਿਸਥਾਰ ਦੇ ਵਿੱਚ ਦੱਸਦਾ ਆ। ਅਗਲੀ ਜਿਹੜੀ ਆਪਾਂ ਇਸੇ ਦੇ ਨਾਲ ਹੀ ਗੱਲਬਾਤ ਨੂੰ ਅਗਲੀ ਗੱਲ ਕਰਦੇ ਹਾਂ। ਸਿੰਘ ਸਾਹਿਬਾਨ ਆ, ਉਹਨਾਂ ਦੇ ਵੱਲੋਂ ਤਾਲਮੇਲ ਕਮੇਟੀ ਬਣਾਉਣ ਦਾ ਜਿਹੜਾ ਫੈਸਲਾ ਲਿਆ ਗਿਆ ਆ। ਕੌਣ ਆਊਗਾ ਇਸ ਕਮੇਟੀ ਦੇ ਵਿੱਚ ਤੇ ਕੀ ਇਸ ਦੀ ਚੋਣ ਪ੍ਰਕਿਰਿਆ ਰਹੂਗੀ? ਲਫ਼ਜ਼ਾਂ ਦਾ ਥੋੜਾ ਜਿਹਾ ਹੇਰ ਫੇਰ ਹੁੰਦਾ ਜੀ। ਇਹਨੂੰ ਤਾਲਮੇਲ ਕਮੇਟੀ ਕਹਿ ਲਓ ਜਾਂ ਟਾਲ ਮਟੋਲ ਕਮੇਟੀ ਕਹਿ ਲਓ। ਇਹ ਟਾਲ ਮਟੋਲ ਕਮੇਟੀ ਜਿਹੜੀ ਹੈ ਜੀ ਉਹ ਜ਼ਿਆਦਾ ਹੋ ਸਕਦੀ ਹੈ।
ਜਥੇਦਾਰ ਸਾਹਿਬ ਨੂੰ ਵੀ ਨਾ ਜੀ ਪੰਜਾਬੀ ਜੀ ਕਹਿੰਦੇ ਭੁੱਸ ਪੈ ਗਿਆ ਰੋਜ਼ ਅਖਬਾਰਾਂ ਦੇ ਵਿੱਚ ਜਾਂ ਖਬਰਾਂ ਦੇ ਵਿੱਚ ਰਹਿਣ ਦਾ, ਇਸ ਕਰਕੇ ਉਹ ਕੁਛ ਨਾ ਕੁਛ ਤੇ ਕਈ ਰੱਖਦੇ ਨੇ ਜੀ। ਉਹਨਾਂ ਨੇ ਹੁਣ ਇਹ ਕਿਹਾ ਜੀ ਕਿ ਜਿਹੜੀਆਂ ਹਿੰਸਕ ਘਟਨਾਵਾਂ ਵਾਪਰੀਆਂ ਨੇ ਉਹਦੇ ਮੱਦੇਨਜ਼ਰ ਉਹਨਾਂ ਨੇ ਇੱਕ ਐਮਰਜੈਂਸੀ ਮੀਟਿੰਗ ਜਿਹੜੀ ਹੈ ਜੀ ਉਹ ਬੁਲਾਈ, ਔਰ ਇਹਦੇ ਵਿੱਚ ਤਾਲਮੇਲ ਕਮੇਟੀ ਬਣਾਉਣ ਦਾ ਫੈਸਲਾ ਜਿਹੜਾ ਕੀਤਾ ਗਿਆ ਤਾਂ ਕਿ ਜਿਹੜੀਆਂ ਦੋਵੇਂ ਧਿਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹਦਾ ਕੋਈ ਵਿਚਲਾ ਹੱਲ ਲੱਭਣ ਦਾ ਯਤਨ ਕਰੇ। ਇਹ ਮਾਮਲਾ ਇਹ ਤਾਂ ਪਹਿਲਾਂ ਕਰਨਾ ਚਾਹੀਦਾ ਸੀਗਾ, ਇਹ ਅਖੀਰ ਦੇ ਵਿੱਚ ਜਿਹੜਾ ਜੀ ਕੀਤਾ ਜਾ ਰਿਹਾ ਹੁਣ ਜਦੋਂ ਦੋਵੇਂ ਧਿਰਾਂ ਜਿਹੜੀਆਂ ਸਿਰ ਪਾੜਨ ਲਈ ਤਿਆਰ ਹੋਈਆਂ ਨੇ ਇੱਕ ਦੂਜੇ ਦਾ। ਸ਼੍ਰੋਮਣੀ ਕਮੇਟੀ ਦੇ ਵੱਲੋਂ 50 ਤੋਂ ਵੱਧ ਕਰਮਚਾਰੀਆਂ ਨੂੰ ਹਰਿਆਣੇ ਦੇ ਗੁਰਦੁਆਰਿਆਂ ਦੇ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਵਾਸਤੇ ਹੋਰ ਭੇਜਿਆ ਗਿਆ ਜੀ। ਅਕਾਲ ਤਖ਼ਤ ਸਾਹਿਬ ਦੇ ਵਿੱਚ ਜਿਹੜੀ ਚੱਲੀ ਮੀਟਿੰਗ ਹੈ ਇਹਦੇ ਬਾਰੇ ਪ੍ਰੈਸ ਦੇ ਜਾਣਕਾਰੀ ਦਿੰਦਿਆਂ ਜੀ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਦੇ ਵੱਲੋਂ ਹਰਿਆਣੇ ਦੇ ਵਿੱਚ ਵਾਪਰੀਆਂ ਜਿਹੜੀਆਂ ਹਿੰਸਕ ਘਟਨਾਵਾਂ ਨੇ ਉਹਨਾਂ ਦਾ ਸਖਤ ਨੋਟਿਸ ਲਿਆ ਗਿਆ ਜੀ, ਔਰ ਉਹਨਾਂ ਨੇ ਹਦਾਇਤ ਕੀਤੀ ਹੈ ਕਿ ਹਰ ਹਾਲਤ ਦੇ ਵਿੱਚ ਸ਼ਾਂਤੀ ਜਿਹੜੀ ਹੈ ਬਣਾ ਕੇ ਰੱਖੀ ਜਾਵੇ ਤੇ ਗੁੰਮਰਾਹਕੁਨ ਪ੍ਰਚਾਰ ਜਿਹੜਾ ਜੀ ਉਹਦੇ ਤੋਂ ਸੁਚੇਤ ਰਹਿਣ ਜਿਹੜੇ ਸਿੱਖ ਨੇ। ਗੁੰਮਰਾਹਕੁਨ ਪ੍ਰਚਾਰ ਕਿਹੜਾ ਇਹਦੀ ਡਿਟੇਲ ਉਹਨਾਂ ਨੇ ਜਿਹੜੀ ਆ ਉਹ ਨਹੀਂ ਦਿੱਤੀ, ਔਰ ਉਹਨਾਂ ਨੇ ਇੱਟਾਂ ਵੱਟੇ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਦੀ ਨਿਖੇਧੀ ਕੀਤੀ ਹੈ ਕਿ ਉਹ ਇੱਟਾਂ ਵੱਟੇ ਨਹੀਂ ਚਲਾਉਣੇ ਚਾਹੀਦੇ, ਪਰ ਇਹ ਨਹੀਂ ਦੱਸਿਆ ਜੀ ਕਿ ਜਿਹੜੇ ਹਥਿਆਰ ਲੈ ਕੇ ਕਿਰਪਾਨਾਂ ਲੈ ਕੇ ਅੰਦਰ ਬਿਠਾਏ ਹੋਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਕਿੰਨੀ ਕੁ ਮਰਿਆਦਾ ਜਿਹੜੀ ਆ ਉਹ ਪਾਲ ਰਹੇ ਨੇ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਸਿਰਸੇ ਵਾਲੇ ਜਿਹੜਾ ਹੈਗਾ ਜੀ ਉੱਥੇ ਸਾਧ, ਉਸ ਨੂੰ ਲੈ ਕੇ ਇੱਦਾਂ ਲੱਗ ਰਿਹਾ ਜੀ ਜਿਹੜੀ ਪੰਜਾਬ ਦੀ ਸਰਕਾਰ ਆ, ਪੰਜਾਬ ਪੁਲਿਸ ਆ, ਇਸ ਡੇਰਾ ਮੁਖੀ ਦੇ ਜਿਹੜਾ ਜੀ ਹੱਥਾਂ 'ਚ ਖੇਡ ਰਹੀ ਆ। ਪੰਜਾਬ ਪੁਲਿਸ ਦੀ ਰਿਪੋਰਟ ਨੇ ਇਸ ਦੇ ਉੱਤੇ ਜਿਹੜਾ ਮਾਮਲਾ ਸੀਗਾ, ਕੇਸ ਸੀਗਾ, ਉਹ ਟੋਟਲੀ ਰੱਦ ਕਰਵਾ ਦਿੱਤਾ। ਕੀ ਰਿਹਾ ਇਸ ਪੂਰੀ ਜਿਹੜੀ ਖਬਰ ਦੇ ਪਿੱਛੇ? ਤੁਹਾਨੂੰ ਯਾਦ ਹੋਣਾ ਜਦੋਂ ਪਿਛਲੇ ਦਿਨਾਂ ਦੇ ਵਿੱਚ ਸ਼ਸ਼ੀਕਾਂਤ ਨੇ ਕੁਝ ਲੋਕਾਂ ਦੇ ਨਾਮ ਜਾਰੀ ਕੀਤੇ ਸੀਗੇ ਜਿਹਦੇ ਵਿੱਚ ਅਕਾਲੀ ਮੰਤਰੀ ਤੇ ਲੀਡਰ ਨੇ, ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਹੋਰ ਅਹਿਮ ਕਹੀ ਸੀ ਕਿ ਇਹ ਪਤਾ ਕਰਾਓ ਕਿ ਜਿਹੜੀ ਇਹ ਵਿਸ਼ੇਸ਼ ਪੋਸ਼ਾਕ ਸੀਗੀ ਇਹ ਕਿਹਨੇ ਬਣਵਾ ਕੇ ਦਿੱਤੀ ਸੀ। ਜੀ ਔਰ ਦੂਜਾ ਜਿਹੜਾ ਪੱਖ ਇਹਦਾ ਇਹ ਵੀ ਹੈ ਜੀ ਕਿ ਇਹ ਫੋਟੋ ਜਿਹੜੀ ਸੀ ਉਹ ਕਿਹੜੇ ਅਖਬਾਰ ਦੇ ਵਿੱਚ ਇਸ਼ਤਿਹਾਰ ਦੇ ਰੂਪ ਦੇ ਵਿੱਚ ਲੱਗੀ ਸੀ, ਇਹਦਾ ਚਰਚਾ ਹੁਣ ਉਹ ਤਕਰੀਬਨ ਹਟ ਗਿਆ ਜੀ। ਇਹ ਇਦੋਂ ਬਾਅਦ ਇਹ ਮਾਮਲਾ ਜਿਹੜਾ ਸੀਗਾ ਜੀ ਪੰਜਾਬ ਦੇ ਵਿੱਚ ਦਰਜ ਕੀਤਾ ਗਿਆ। 4 ਜਾਨਾਂ ਜਿਹੜੀਆਂ ਇਸ ਮਾਮਲੇ 'ਚ ਜਾ ਚੁੱਕੀਆਂ ਨੇ। ਪੰਜਾਬ ਬਲਦੀ ਦੇ ਬੂਥੇ ਜਿਹੜਾ ਆਇਆ ਰਿਹਾ ਕਾਫੀ ਦੇਰ ਜੀ, ਕਈ ਮਹੀਨੇ, ਔਰ ਉਸ ਤੋਂ ਬਾਅਦ ਸਾਰਾ ਕੁਝ ਜਿਹੜਾ ਜੀ ਉਹ ਖਲਾਰਾ ਸੰਭਾਲਿਆ ਗਿਆ। ਪਿਛਲੀਆਂ ਜਿਹੜੀਆਂ ਚੋਣਾਂ ਸੀਗੀਆਂ ਉਦੋਂ ਪਹਿਲਾਂ ਜਿਹੜੀ ਕਲੋਜ਼ਰ ਰਿਪੋਰਟ ਹੈ ਉਹ ਦਿੱਤੀ ਗਈ ਸੀ ਪੰਜਾਬ ਦੀ ਪੁਲਿਸ ਦੇ ਵੱਲੋਂ ਕਿ ਅਸੀਂ ਇਸ ਕੇਸ ਨੂੰ ਹੀ ਬੰਦ ਕਰਨਾ ਜਿਹੜਾ ਜੀ ਉਹ ਚਾਹੁੰਦੇ ਹਾਂ। 7 ਸਾਲ ਦਾ ਸਮਾਂ ਜਿਹੜਾ ਜੀ ਲੱਗ ਗਿਆ, ਉਹਦੇ ਵਿੱਚੋਂ ਨਿਕਲਿਆ ਕਿ ਸਿਆਸਤ ਤੇ ਸਿਰਫ ਸਿਆਸਤ। ਔਰ ਹੁਣ ਜਿਹੜਾ ਜਦੋਂ ਪੰਜਾਬ ਪੁਲਿਸ ਨੇ ਕਲੋਜ਼ਰ ਰਿਪੋਰਟ ਜਿਹੜੀ ਸੀ ਉਹ ਲਾ ਦਿੱਤੀ ਤਾਂ ਥਾਣਾ ਕੋਤਵਾਲੀ ਦੇ ਵਿੱਚ ਉਹਦੇ ਖਿਲਾਫ ਜਿਹੜਾ 20 ਮਈ 2007 ਨੂੰ ਭਾਰਤੀ ਦੰਡਾਵਲੀ ਦੀ ਜਿਹੜੀ ਧਾਰਾ 295A ਜਿਹੜੀ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀ ਹੈ ਉਹਦੇ ਤਹਿਤ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਜਦੋਂ ਪੁਲਿਸ ਨੇ ਵਾਪਸ ਲੈ ਲਿਆ ਤੇ ਜਿਹੜੀ ਅਦਾਲਤ ਹੈ ਜੀ ਬਠਿੰਡੇ ਦੀ ਉਹਨੇ ਖਾਰਜ ਕਰ ਦਿੱਤਾ ਇਸ ਮਾਮਲੇ ਨੂੰ, ਭਾਵੇਂ ਜੋ ਲੋੜ ਹੀ ਨਹੀਂ ਰਹੀ। ਜਿਨ੍ਹਾਂ ਨੇ ਮਾਮਲਾ ਦਰਜ ਕੀਤਾ ਉਹਨਾਂ ਨੇ ਵਾਪਸ ਹੀ ਲੈ ਲਿਆ। ਹਾਲਾਂਕਿ ਬਠਿੰਡੇ ਦੀ ਅਦਾਲਤ ਸਮੇਂ-ਸਮੇਂ ਸਿਰ ਕੋਸ਼ਿਸ਼ ਕਰਦੀ ਰਹੀ ਕਿ ਡੇਰੇਵਾਲਾ ਜਿਹੜਾ ਜੀ ਉਹ ਪੇਸ਼ੀ ਭੁਗਤੇ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਤੋਂ ਜਿਹੜਾ ਸੀਗਾ ਉਹ ਬਚਦਾ ਰਿਹਾ। ਮੁਦਈ ਜਿਹੜੀ ਧਿਰ ਹੈ ਉਹਨੇ ਕਿਹਾ ਕਿ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਇਸ ਮਾਮਲੇ ਦੇ ਵਿੱਚ ਖੜਕਾਵਾਂਗੇ, ਪਰ ਦੂਜਾ ਪੱਖ ਇਹਦਾ ਕੀ ਇਹ ਸੀ ਕਿ ਹਾਈ ਕੋਰਟ ਦੇ ਵਿੱਚ ਵੀ ਕੀ ਹੋਊਗਾ ਜਦੋਂ ਜਿਹੜਾ ਮਾਮਲਾ ਦਰਜ ਕੀਤਾ ਉਹ ਵਾਪਸ ਹੀ ਲੈ ਲਿਆ, ਫਿਰ ਉੱਥੇ ਕੀ ਹੋ ਸਕਦਾ ਜੀ ਹੋਰ। ਜੀ ਬਿਲਕੁਲ ਜਿਹੜੀ ਹੈ ਜੀ ਸਹੀ ਗੱਲ ਆ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜੀ ਨਾਮਧਾਰੀ ਏਕਤਾ ਆ ਉਸ ਦੇ ਲਈ ਜਿਹੜੇ ਬਾਗੀ ਨੇ ਕਹਿ ਰਹੇ ਉਹਨਾਂ ਨੇ ਇੱਕ ਨਵਾਂ ਫਾਰਮੂਲਾ ਦਿੱਤਾ ਆ ਵੀ ਕਿੱਦਾਂ ਜਿਹੜਾ ਆ ਸ਼ਾਂਤੀ ਹੋ ਸਕਦੀ ਆ। ਕੀ ਹੈਗਾ ਇਸ ਫਾਰਮੂਲੇ 'ਚ? ਇਹ ਸਭ ਗੋਲਕ ਯੁੱਧੀ ਜਿਹੜਾ ਚਾਰ ਸਵੇਰੇ ਚੱਲੀ ਜਾ ਰਿਹਾ ਜੀ। ਜਿੱਥੇ ਮਰਜ਼ੀ ਤੁਸੀਂ ਦੇਖ ਲਓ, ਇਹਦੇ 'ਚ ਕੋਈ ਵੀ ਘੱਟ ਨਹੀਂਗਾ। ਉਹ ਚਾਹੇ ਨੂਰ ਮਹਿਲੀਆ ਹੋਵੇ ਜਿਹੜਾ ਇੰਨੇ ਚਿਰ ਦਾ ਬਕਸੇ 'ਚ ਪਾ ਕੇ ਰੱਖਿਆ, ਚਾਹੇ ਹਰਿਆਣੇ ਦੀ ਕਮੇਟੀ ਸ਼੍ਰੋਮਣੀ ਕਮੇਟੀ ਹੋਵੇ, ਚਾਹੇ ਇਹ ਨਾਮਧਾਰੀਆਂ ਵਾਲਾ ਮਸਲਾ ਹੋਵੇ ਜੀ। ਇਹਦੇ ਵਿੱਚ ਜਿਹੜਾ ਬਾਗੀ ਧੜਾ ਜੀ ਇਸ ਵੇਲੇ ਇੱਕ ਤਾਂ ਉਹਨਾਂ ਦੀ ਜਿਹੜੀ ਸਥਿਤੀ ਏਦਾਂ ਦੀ ਬਣੀ ਹੋਈ ਹੈ ਕਿ ਜਿਹੜੇ ਹੁਣ ਭੁੱਖ ਹੜਤਾਲ ਤੇ ਬੈਠੇ ਨੇ, ਨਾਮਧਾਰੀ ਜਿਹੜਾ ਭਾਈਚਾਰਾ ਜੀ ਉਹ ਸਿਰਫ ਖੂਹ ਦਾ ਪਾਣੀ ਪੀਂਦਾ ਜੀ। ਆਪਦੇ ਵਿੱਚ ਖੂਹ ਨਹੀਂ, ਖੂਹ ਜਿਹੜਾ ਭੈਣੀ ਸਾਹਿਬ ਦੇ ਵਿੱਚ ਜਿਹੜਾ ਕਬਜ਼ੇ ਵਾਲਾ ਧਿਰ ਜੀ ਉਹ ਕਹਿੰਦੀ ਅਸੀਂ ਖੂਹ ਤੋਂ ਪਾਣੀ ਨਹੀਂ ਲੈਣ ਦੇਵਾਂਗੇ। ਹੁਣ ਪੁਲਿਸ ਜਿਹੜੀ ਹੈ ਜੀ ਉਹ ਜਾਂਦੀ ਹੈ ਉਹਨਾਂ ਦੇ ਨਾਲ ਖੂਹ ਤੋਂ ਉਹਨਾਂ ਨੂੰ ਪਾਣੀ ਲੈ ਕੇ ਦਿੰਦੀ ਹੈ ਤੇ ਫਿਰ ਉਹ ਜਿਹੜੇ ਪਾਣੀ ਨੇ ਉਹ ਪੀਂਦੇ ਨੇ ਜੀ। ਪੁਲਿਸ ਨੇ ਨਾਮਧਾਰੀਆਂ ਨੂੰ ਹੁਣ ਖੂਹ ਤੋਂ ਪਾਣੀ ਭਰਨ ਤੋਂ ਰੋਕ ਦਿੱਤਾ ਜੀ। ਇਹ ਕਿਹਾ ਕਿ ਇਹਦੇ ਨਾਲ ਝਗੜਾ ਜਿਹੜਾ ਉਹ ਵੱਧ ਸਕਦਾ। ਹੁਣ ਜਿਹੜਾ ਠਾਕੁਰ ਉਦੈ ਸਿੰਘ ਦਾ ਵਿਰੋਧੀ ਧੜਾ ਉਹਨੇ ਇਹ ਕਿਹਾ ਕਿ ਜਿਹੜੀ ਚੰਦ ਕੌਰ ਹੈ ਜਿਹੜੀ ਇਹਨਾਂ ਦੀ ਮਾਤਾ ਹੈ ਜੀ, ਉਹਨੇ ਕਿਹਾ ਕਿ ਜੇ ਉਹ ਤੋਂ ਅਗਵਾਈ ਦੇ ਦਿੱਤੀ ਜਾਵੇ ਤਾਂ ਅਸੀਂ ਉਹਦੀ ਅਗਵਾਈ ਜਿਹੜੀ ਆ ਉਹ ਕਬੂਲਣ ਦੇ ਵਾਸਤੇ ਤਿਆਰ ਹੈ।
ਅੱਛਾ ਜੀ। ਇਹ ਵੀ ਕਿਹਾ ਕਿ ਨਾਮਧਾਰੀ ਸਰਬੱਤ ਖਾਲਸਾ ਸੱਦਣ ਦੀ ਮੰਗ ਉਹਨਾਂ ਨੇ ਕੀਤੀ ਹੈ। ਇਹ ਨਾਮਧਾਰੀ ਸਰਬੱਤ ਖਾਲਸਾ ਜਿਹੜਾ ਹੋਊਗਾ ਜੀ, ਉਹਨਾਂ ਕਿਹਾ ਇਹਦੇ ਵਿੱਚ ਨਵੇਂ ਸਤਿਗੁਰੂ ਦੀ ਜਿਹੜੀ ਚੋਣ ਹੈ ਉਹ ਕਰਵਾਈ ਜਾਵੇ। ਇਹ ਵੈਸੇ ਨਵਾਂ ਲਫ਼ਜ਼ ਹੈ ਜੀ ਮੇਰੇ ਵਾਸਤੇ, ਨਾਮਧਾਰੀ ਸਰਬੱਤ ਖਾਲਸਾ। ਸਰਬੱਤ ਖਾਲਸਾ ਤਾਂ ਸੁਣਿਆ ਸੀਗਾ ਕਿ ਨਾਮਧਾਰੀ ਸਰਬੱਤ ਖਾਲਸਾ ਹੋ ਗਿਆ ਜੀ। ਸ਼ਾਇਦ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲ ਸਰਬੱਤ ਖਾਲਸਾ ਜਾਂ ਏਦਾਂ ਦੇ ਕੁਛ ਨਾਮ ਜਿਹੜੇ ਨੇ ਉਹ ਵੀ ਹੁਣ ਸੁਣਨ ਨੂੰ ਮਿਲਣ, ਕਿਉਂਕਿ ਨਵਾਂ ਲਫ਼ਜ਼ ਆ ਗਿਆ ਜੀ ਡਿਕਸ਼ਨਰੀ 'ਚ। ਬਿਲਕੁਲ ਜੀ, ਹਰ ਇੱਕ ਚੀਜ਼ ਦੇ ਅੱਗੇ ਆਪਣਾ ਧੜੇ ਦਾ ਨਾਂ ਲਾ ਕੇ ਸਰਬੱਤ ਖਾਲਸਾ ਪਿੱਛੇ ਵਰਤਣਾ ਜਿਹੜਾ ਸ਼ੁਰੂ ਕਰਤਾ ਜੀ ਇਹਨਾਂ ਨੇ। ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਆ, ਜਿਹੜੀ ਸੈਂਟਰ ਦੀ ਜਿਹੜੀ ਸਿਆਸਤ ਆ ਉਹ ਥੋੜੀ ਮਗੀ ਆ ਜੀ। ਜਿਹੜੇ ਕਮਲਾ ਬੈਨੀਪਾਲ ਰਾਜਪਾਲ ਜੋ ਨੇ ਦੂਜੀ ਜਿਹੜੇ ਕਹਿ ਲਓ ਵੀ ਕਾਂਗਰਸ ਦੇ ਵੱਲੋਂ ਲਾਏ ਗਏ, ਉਹਨਾਂ ਨੂੰ ਬਰਖਾਸਤ ਕਰਨ ਤੋਂ ਬਾਅਦ ਦੇ ਵਿੱਚ ਕੀ ਰਿਹਾ ਜੀ ਇਸ ਪੂਰੀ ਖਬਰ ਦੇ ਪਿੱਛੇ? ਮਿਜ਼ੋਰਮ ਦੀ ਰਾਜਪਾਲ ਜਿਹੜੀ ਡਾਕਟਰ ਕਮਲਾ ਬੈਨੀਪਾਲ ਜੀ, ਉਹਦੀ ਬਰਖਾਸਤੀ ਦਾ ਮੁੱਦਾ ਇਹ ਤੱਤਾ ਹੋਇਆ ਜੀ। ਕਾਫੀ ਰੌਲਾ ਰੱਪਾ ਇਹਦੇ ਨਾਲ ਲੋਕ ਸਭਾ ਦੇ ਵਿੱਚ ਜਿਹੜਾ ਜੀ ਪਿਆ। ਕਾਂਗਰਸ ਪਾਰਟੀ ਜਿਹੜੀ ਹੈ ਜੀ, ਉਹਨੇ ਜਿਹੜੀ ਕਮਲਾ ਬੈਨੀਪਾਲ ਦੀ ਬਰਖਾਸਤੀ ਨੂੰ ਸੰਵਿਧਾਨ ਦੇ ਵਿਰੁੱਧ ਦੱਸਿਆ ਜੀ ਜੀ। ਜਿਹੜੀ ਹੈ ਜੀ ਉਹ ਕਹਿੰਦੀ ਹੈ ਕਿ ਸੰਵਿਧਾਨ ਦੇ ਦਾਇਰੇ ਦੇ ਅੰਦਰ ਹੀ ਇਹ ਕਾਰਵਾਈ ਕੀਤੀ ਗਈ ਆ। ਉਹਦੇ ਉੱਤੇ ਕੁਝ ਦੋਸ਼ ਲੱਗੇ ਸਨ ਜਿਹਦੇ ਕਰਕੇ ਉਹਦੇ ਅਹੁਦੇ ਤੋਂ ਜਿਹੜਾ ਜੀ ਉਹ ਹਟਾਇਆ ਗਿਆ। ਕਾਂਗਰਸੀ ਆਗੂ ਮਨੀਸ਼ ਤਿਵਾੜੀ ਜਿਹੜਾ ਜੀ ਉਹ ਕਹਿੰਦਾ ਕਿ ਰਾਜਪਾਲ ਨੂੰ ਹਟਾਉਣ ਦਾ ਮਾਮਲਾ ਇਹ ਬਹੁਤ ਗੰਭੀਰ ਆ। ਉਹਨਾਂ ਨੇ ਕਿਹਾ ਕਿ ਰਾਜਪਾਲਾਂ ਦੇ ਤਬਾਦਲੇ ਸੰਵਿਧਾਨ ਦੀ ਤੋਹੀਨ ਨੇ। ਕਾਂਗਰਸ ਦੇ ਅਜੇ ਮਾਕਨ ਦਾ ਇਹ ਕਹਿਣਾ ਜੀ ਕਿ ਰਾਜਪਾਲ ਕਮਲਾ ਬੈਨੀਪਾਲ ਨੂੰ ਹਟਾ ਹੀ ਦੇਣਾ ਸੀਗਾ, ਤਾਂ ਉਹਦਾ ਤਬਾਦਲਾ ਮਿਜ਼ੋਰਮ ਦੇ ਵਿੱਚ ਕਿਉਂ ਕੀਤਾ ਗਿਆ ਸੀਗਾ ਜੀ। ਉਹਨਾਂ ਨੇ ਕਿਹਾ ਕਿ ਬਦਲੇ ਦੀ ਕਾਰਵਾਈ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਹੈ, ਜਦੋਂ ਕਿ ਸੰਸਦੀ ਮਾਮਲਿਆਂ ਦੇ ਮੰਤਰੀ ਜਿਹੜੇ ਵੈਂਕਈਆ ਨਾਇਡੂ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੈਨੀਪਾਲ ਵਿਰੁੱਧ ਕਈ ਗੰਭੀਰ ਦੋਸ਼ ਨੇ, ਇਸ ਕਰਕੇ ਉਹਨਾਂ ਨੂੰ ਲਾਉਣ ਦੀ ਜਿਹੜੀ ਕਾਰਵਾਈ ਆ ਉਹ ਸੰਵਿਧਾਨ ਦੇ ਦਾਇਰੇ ਦੇ ਵਿੱਚ ਜਿਹੜੀ ਆ ਉਹ ਕੀਤੀ ਗਈ ਆ। ਜਿਹੜੀ ਐਨਸੀਪੀ ਤੇ ਸ਼ਿਵ ਸੈਨਾ ਹੈਗੀਆਂ ਨੇ ਜੀ, ਉਹ ਸਰਕਾਰ ਦੀ ਪਿੱਠ ਦੇ ਉੱਤੇ ਨੇ ਇਸ ਮਾਮਲੇ 'ਚ। ਉਹ ਕਹਿੰਦੀਆਂ ਕਿ ਸਹੀ ਜਿਹੜਾ ਕਮਲਾ ਬੈਨੀਪਾਲ ਨੂੰ ਹਟਾਇਆ ਗਿਆ। ਕਿ ਜਿਹੜੀ ਇਸ ਵੇਲੇ ਸਰਕਾਰ ਐਨਡੀਏ ਦੀ ਹੈ, ਉਹ ਕੋਸ਼ਿਸ਼ ਕਰ ਰਹੀ ਹੈ ਕਿ ਹਰ ਜਗ੍ਹਾ ਦੇ ਉੱਤੇ ਉਹਨਾਂ ਦੇ ਜਿਹੜੇ ਰਾਜਪਾਲ ਨੇ ਉਹ ਲਾਭ ਦਿੱਤੇ ਜਾਣ, ਔਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਜਿਹੜੇ ਪਹਿਲਾਂ ਲੱਗੇ ਰਾਜਪਾਲ ਨੇ ਯੂਪੀਏ ਦੇ ਵੱਲੋਂ ਲਾਏ ਹੋਏ, ਉਹਨਾਂ ਨੂੰ ਹਟਾਉਣ ਦੀ ਪ੍ਰਕਿਰਿਆ ਜਿਹੜੀ ਹੈ ਜੀ ਸਾਰੀ ਜਗ੍ਹਾ ਤੇ ਚੱਲ ਰਹੀ ਹੈ ਜੀ। ਜੀ 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 ਜੀ। ਅਤੇ ਬਿਲਕੁਲ ਜੀ, ਇਸ ਦੇ ਉੱਤੇ ਵੀ ਫਿਰ ਸਵਾਲ ਉੱਠਦਾ ਵੀ ਇਹਨਾਂ ਦੇ ਜਿਹੜੇ ਆਪਣੇ ਇੰਨੇ ਮੰਤਰੀ, ਉਹਨਾਂ ਦੇ ਉੱਤੇ ਕਈ ਤਰੀਕੇ ਦੇ ਆਰੋਪ ਲੱਗੇ ਹੋਏ ਆ, ਤੇ ਉਹਨਾਂ ਨੂੰ ਕਿਉਂ ਨਹੀਂ ਫਿਰ ਇਹ ਹਟਾਉਂਦੇ, ਬਰਖਾਸਤ ਕਰਦੇ? ਨਹੀਂ, ਉਹਨਾਂ ਨੂੰ ਤਾਂ ਕਿਵੇਂ ਹਟਾਉਣਗੇ ਜੀ? ਉਹਨਾਂ ਦੀ ਤਾਂ ਪ੍ਰੋਟੈਕਸ਼ਨ ਦੇ ਵਾਸਤੇ ਹਰ ਚੀਜ਼ ਜਿਹੜੀ ਆ ਉਹ ਕੀਤੀ ਜਾਊਗੀ ਨਾ ਜੀ। ਕੀ ਕੁਛ ਪਿਛਲੇ ਦਿਨਾਂ ਦੇ ਵਿੱਚ ਹੋਇਆ ਜੀ, ਖਬਰਾਂ ਸਾਰਿਆਂ ਨੂੰ ਪਤਾ ਨਹੀਂ ਜੀ ਕਿ ਕਿੰਨੇ ਲੋਕ ਕਿਹੋ ਜਿਹੇ ਗੰਭੀਰ ਦੋਸ਼ਾਂ ਸ਼ਾਮਲ ਨੇ ਜੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰਦੇ ਹੁਣ ਜਿਹੜੀ ਆ ਸੰਸਦ ਦੀ, ਦੇ ਉਸ ਦੇ ਵਿੱਚ ਜਿਹੜੇ ਇਰਾਕ ਦੇ ਵਿੱਚ ਫਸੇ ਪੰਜਾਬੀ, ਉਹਨਾਂ ਦਾ ਜਿਹੜਾ ਮਾਮਲਾ ਇੱਕ ਵਾਰੀ ਫੇਰ ਉੱਠਿਆ ਆ। ਕਿਹਨਾਂ ਨੇ ਇਹ ਉਠਾਇਆ ਜੀ ਮਾਮਲਾ? ਇਹ ਦੋ ਕਿਸਮ ਦੇ ਮਾਮਲੇ ਜਿਹੜੇ ਨੇ ਇਹ ਉੱਠੇ ਨੇ ਜੀ ਪਾਰਲੀਮੈਂਟ ਦੇ ਵਿੱਚ। ਇੱਕ ਤਾਂ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੇ ਰਾਜ ਸਭਾ ਦੇ ਵਿੱਚ ਇਰਾਕ ਦੀਆਂ ਜੇਲ੍ਹਾਂ 'ਚ ਬੰਦ 6 ਭਾਰਤੀ ਕੈਦੀਆਂ ਦਾ ਮੁੱਦਾ ਜਿਹੜਾ ਜੀ ਉਹ ਉਠਾਇਆ। ਉਹਨਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਜਿਹਦੇ ਕੋਲੇ ਓਵਰਸੀਜ਼ ਭਾਰਤੀ ਮਾਮਲਾ ਮੰਤਰਾਲਾ ਵੀ ਹੈ ਜੀ, ਉਹਨਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਦੀਆਂ ਜੇਲ੍ਹਾਂ ਦੇ ਵਿੱਚ ਤਕਰੀਬਨ 6000 ਭਾਰਤੀ ਜਿਹੜੇ ਉਹ ਕੈਦ ਨੇ। ਉਹਨਾਂ ਨੇ ਉਹ ਇਰਾਕੀ ਜਿਹੜੇ ਕੈਦੀ ਨੇ ਜੀ, ਉਹਨਾਂ ਦਾ ਜ਼ਿਕਰ ਕਰਨਾ ਇਹਦੇ ਵਿੱਚ ਉਹ ਭੁੱਲ ਗਏ ਜੀ। ਅੰਬਿਕਾ ਨੇ 6 ਕੈਦੀਆਂ ਦੇ ਨਾਂ ਵੀ ਜਿਹੜੇ ਸੀ ਪੜ੍ਹ ਕੇ ਸੁਣਾਤੇ। ਅੰਬਿਕਾ ਸੋਨੀ ਨੇ ਕਿਹਾ ਕਿ ਵਿਦੇਸ਼ ਮੰਤਰੀ ਨੇ ਆਪਣੇ ਬਿਆਨ 'ਚ ਇਰਾਕ ਦੀਆਂ ਜੇਲ੍ਹਾਂ 'ਚ ਪਿਛਲੇ 2.5 ਸਾਲਾਂ ਤੋਂ ਬੰਦ 6 ਭਾਰਤੀਆਂ ਦੇ ਬਾਰੇ ਦੇ ਵਿੱਚ ਕੋਈ ਜ਼ਿਕਰ ਜਿਹੜਾ ਉਹ ਨਹੀਂ ਕੀਤਾ, ਔਰ ਨਾ ਹੀ ਉਹਨਾਂ ਦੇ ਨਾਲ ਕੋਈ ਸੰਪਰਕ ਜਿਹੜਾ ਜੀ ਉਹ ਕੀਤਾ ਗਿਆ ਜੀ। ਉਹਨਾਂ ਨੇ ਕਿਹਾ ਕਿ ਜਾਣਬੁੱਝ ਕੇ ਇਹ ਛੁਪਾਇਆ ਗਿਆ। ਦੂਜਾ ਮਾਮਲਾ ਜਿਹੜਾ ਸੀਗਾ ਵਿਸ਼ੇਸ਼ ਟਾਈਮ ਲੈ ਕੇ ਜੀ, ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹੋਰਾਂ ਨੇ ਉਠਾਇਆ ਕਿ ਜਿਹੜੇ 41 ਭਾਰਤੀ ਜਿਹੜੇ ਬੰਦੀ ਬਣਾਏ ਹੋਏ ਨੇ ਅੱਤਵਾਦੀਆਂ ਨੇ, ਉਹਨਾਂ ਕਿਹਾ ਕਿ ਸਰਕਾਰ ਜਿਹੜੀ ਹੈ ਕਮ ਸੇ ਕਮ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਮਿਲ ਲਏ, ਜਿਹੜੇ ਕਿ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਆ ਕੇ ਬਹੁਤੇ ਜਿਹੜੇ ਨੇ ਉਹ ਪਿਛਲੇ ਦਿਨਾਂ ਤੋਂ ਠਹਿਰੇ ਹੋਏ ਨੇ ਜੀ। ਉਹਨਾਂ ਨੇ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਇੱਕ ਇੰਗਲਿਸ਼ ਦੀ ਅਖਬਾਰ ਨੇ ਇਹ ਹੈਡਲਾਈਨ ਲਾਈ ਹੈ ਕਿ ਇਹਨਾਂ ਦੇ ਨਾਲ ਅਨਹੋਣੀ ਜਿਹੜੀ ਆ ਉਹ ਵਾਪਰ ਗਈ ਹੈ। ਹਾਲਾਂਕਿ ਭਗਵੰਤ ਮਾਨ ਹੋਰਾਂ ਨੇ ਇਹ ਕਿਹਾ ਕਿ ਇਹਨਾਂ ਖਬਰਾਂ ਦੀ ਕੋਈ ਪੁਸ਼ਟੀ ਨਹੀਂ ਹੁੰਦੀ, ਪਰ ਸਰਕਾਰ ਦਾ ਜਿਹੜਾ ਫਰਜ਼ ਹੈ ਉਹ ਤਾਂ ਪੂਰਾ ਕਰੇ, ਇਹਨਾਂ ਦੇ ਪਰਿਵਾਰਾਂ ਦੀ ਗੱਲਬਾਤ ਜਿਹੜੀ ਆ ਉਹ ਕਰਵਾ ਦੇਵੇ ਉਹਨਾਂ ਦੇ ਨਾਲ, ਔਰ ਉਹਨਾਂ ਨੂੰ ਦੱਸੇ ਕਿ ਜੇ ਇਹ ਅੱਤਵਾਦੀਆਂ ਦੇ ਵੱਲੋਂ ਅਗਵਾ ਕੀਤੇ ਗਏ ਲੋਕ ਜਿਹੜੀ ਸਰਕਾਰ ਹੈ ਉਹਦੇ ਸੰਪਰਕ ਦੇ ਵਿੱਚ ਨੇ, ਤੇ ਉਹਨਾਂ ਦੇ ਸੰਪਰਕ ਸੂਤਰ ਜਿਹੜੇ ਉਹ ਕੀ ਨੇ। ਇਹਦੇ ਨਾਲ ਪਰਿਵਾਰਾਂ ਨੂੰ ਥੋੜਾ ਬਹੁਤਾ ਹੌਸਲਾ ਜਿਹੜਾ ਜੀ ਉਹ ਹੋ ਸਕਦਾ ਹੈ। ਇਹ ਮਾਮਲਾ ਭਗਵੰਤ ਮਾਨ ਹੋਰਾਂ ਨੇ ਜਿਹੜਾ ਸੀਗਾ ਉਹ ਪਾਰਲੀਮੈਂਟ ਦੇ ਵਿੱਚ ਉਠਾਇਆ ਜੀ। ਜੀ ਜੀ ਜੀ।
ਤੇ ਅਗਲੀ ਜਿਹੜੀ ਗੱਲ ਕਰਦੇ ਆ, ਕੁਝ ਕੁ ਦਿਨ ਪਹਿਲਾਂ ਹੀ ਅਜੇ ਈਟੀਟੀ ਵਾਲੇ ਜਿਹੜੇ ਡੰਡੇ ਖਾ ਕੇ ਹਟੇ ਆ ਜੀ ਪੰਜਾਬ ਪੁਲਿਸ ਵਾਲਿਆਂ ਨੂੰ, ਤੇ ਉਹਨਾਂ ਦੇ ਡੰਡਿਆਂ ਨੂੰ ਸ਼ਾਇਦ ਹੋਰ ਕੁੱਟਣ ਦੀ ਜਿਹੜੀ ਇੱਛਾ ਉੱਠੀ ਤੇ ਕਹਿੰਦੇ ਪੀਆਰਟੀਸੀ ਵਾਲਿਆਂ ਦੀ ਵਾਰੀ ਆ ਗਈ ਹੈ ਜੀ। ਕੀ ਰਿਹਾ ਇਸ ਖਬਰ 'ਚ? ਜੀ ਬਿਲਕੁਲ, ਇੱਕ ਤਾਂ ਕੁਰੂਕਸ਼ੇਤਰ ਦੇ ਵਿੱਚ ਆਪਾਂ ਦੇਖਿਆ ਜੀ ਜਿਵੇਂ ਹਾਲਾਤ ਜਿਹੜੇ ਬਣੇ ਰਹੇ ਨੇ, ਇੱਥੇ ਈਟੀਟੀ ਵਾਲੇ ਜਿਵੇਂ ਕੁੱਟੇ ਗਏ ਨੇ, ਕੁੜੀਆਂ ਕੁੱਟੀਆਂ ਗਈਆਂ ਨੇ, ਉਹ ਅਜੇ ਸਿਆਹੀ ਜਿਹੜੀ ਸੁੱਕੀ ਨਹੀਂ ਆ ਜੀ, ਉਹ ਜ਼ਖਮੀ ਹਾਲਤ ਦੇ ਵਿੱਚ ਹਸਪਤਾਲਾਂ 'ਚ ਪਏ ਨੇ। ਹੁਣ ਇੱਕ ਹੋਰ ਧਾਰਮਿਕ ਜਗ੍ਹਾ ਤਲਵੰਡੀ ਸਾਬੋ ਜਿਹੜੀ ਆ ਜੀ, ਉੱਥੇ ਡਾਂਗਾਂ ਦੇ ਨਾਲ ਕੁਟਾਪਾ ਜਿਹੜਾ ਜੀ ਇਸ ਵਾਰੀ ਪੀਆਰਟੀਸੀ ਵਾਲੇ ਜਿਹੜੇ ਨੇ ਜੀ, ਉਹਨਾਂ ਕੱਚੇ ਕਾਮਿਆਂ ਦਾ ਉਹਨਾਂ ਦਾ ਕੀਤਾ ਗਿਆ ਜੀ। ਇਹ ਲੋਕ ਜਿਹੜਾ ਸੀਗਾ ਵਿਰੋਧ ਕਰ ਰਹੇ ਸੀਗੇ, ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਉੱਥੇ ਚੋਣ ਪ੍ਰਚਾਰ ਕਰ ਰਹੇ ਨੇ, ਉਹਨਾਂ ਨੂੰ ਆਪਣੀਆਂ ਮੰਗਾਂ ਦੇ ਬਾਰੇ ਜਿਹੜਾ ਦੱਸਣਾ ਚਾਹੁੰਦੇ ਸੀਗੇ। ਜਿਹੜੇ ਇਹ ਕਾਮੇ ਸੀ ਜੀ, ਪੁਲਿਸ ਦਾ ਫਿਰ ਕਹਿਰ ਇਹਨਾਂ ਦੇ ਉੱਤੇ ਵਰਤ ਗਿਆ ਔਰ ਬਹੁਤ ਬੁਰੇ ਤਰੀਕੇ ਦੇ ਨਾਲ ਇਹਨਾਂ ਨੂੰ ਕੁੱਟਿਆ। ਇਹ ਜਿਹੜੇ ਸੀਗੇ ਜੀ, ਇਹਨਾਂ ਨੇ ਤਖਤ ਦਮਦਮਾ ਸਾਹਿਬ ਦੀ ਜਿਹੜੀ ਡਿਓੜੀ ਸੀ ਉਹਦੇ ਅੰਦਰ ਜਾ ਕੇ ਇਹਨਾਂ ਨੇ ਸ਼ਰਨ ਜਿਹੜੀ ਸੀ ਲੈ ਲਈ। ਫਿਰ ਪੁਲਿਸ ਨੇ ਕੀ ਕੀਤਾ ਜੀ, ਤਖਤ ਸਾਹਿਬ ਦੇ ਜਿਹੜੇ ਕਮਰੇ ਨੇ ਉਹਨਾਂ ਨੂੰ ਖੁਲਵਾ ਕੇ ਉਹਨਾਂ ਦੇ ਅੰਦਰੋਂ ਜਿਹੜੇ ਸੀ ਬੰਦੇ ਕੱਢ ਕੇ ਬਹੁਤ ਬੁਰੇ ਤਰੀਕੇ ਦੇ ਨਾਲ ਉਹਨਾਂ ਦਾ ਕੁਟਾਪਾ ਜਿਹੜਾ ਕੀਤਾ। ਖੂਨ ਦੇ ਨਾਲ ਲਟਪਟ ਇਹ ਜਿਹੜੇ ਪੀਆਰਟੀਸੀ ਦੇ ਕੁਝ ਕਾਮੇ ਸੀਗੇ ਜੀ, ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। 2 ਦਰਜਨ ਦੇ ਕਰੀਬ ਜਿਹੜੇ ਜ਼ਖਮੀ ਲੋਕ ਨੇ ਉਹ ਹਸਪਤਾਲ ਦੇ ਵਿੱਚ ਇਸ ਵੇਲੇ ਦਾਖਲ ਜਿਹੜਾ ਉਹ ਕਰਵਾਏ ਗਏ ਨੇ। ਇਹ ਡੰਡਾ ਜਿਹੜਾ ਪੁਲਿਸ ਦਾ ਜੀ, ਉਹ ਇਹਨਾਂ ਬੇਰੁਜ਼ਗਾਰਾਂ ਦੇ ਉੱਤੇ ਜਾਂ ਜਿਹੜੇ ਕਾਮੇ ਨੇ ਉਹਨਾਂ ਦੇ ਉੱਤੇ ਰੋਜ਼ ਹੀ ਚੱਲਣਾ ਜਿਹੜਾ ਜੀ ਸ਼ੁਰੂ ਹੋ ਗਿਆ। ਪਰ ਸਰਕਾਰ ਫਿਰ ਇਹ ਦਾਅਵਾ ਕਰਦੀ ਹੈ ਕਿ ਵੱਡੇ ਮਾਰਜਨ ਦੇ ਨਾਲ ਉਹਨੇ ਸੀਟ ਜਿੱਤ ਲੈਣੀ ਹੈ। ਜੀ ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਸਵਿੰਦਰ ਸਿੱਧੂ ਹੁਣਾਂ ਦੀ ਈਟੀਟੀ ਦੇ ਅਧਿਆਪਕਾਂ ਦੇ ਜਿਹੜੇ ਸੰਘਰਸ਼ ਦੇ ਵਿੱਚ ਮੋਢੀ ਬਣੇ ਹੋਏ ਨੇ, ਤੇ ਉਹਨਾਂ ਦੀ ਜਿਹੜਾ ਮਰਦਮਰਤਾ ਦੱਸਿਆ ਜਾ ਰਿਹਾ ਵੀ ਹਸਪਤਾਲ ਦੇ ਵਿੱਚ ਵੀ ਕਾਇਮ। ਜੀ ਬਿਲਕੁਲ, 2 ਜਾਣੇ ਨੇ ਜੀ, ਇੱਕ ਤਾਂ ਜਿਹੜੇ ਜਸਵਿੰਦਰ ਸਿੰਘ ਸਿੱਧੂ ਹੁਰੀ ਨੇ, ਦੂਸਰੇ ਨੇ ਜੀ ਲੋਟਾ। ਇਹ ਦੋਨੋਂ ਜਿਨ੍ਹਾਂ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕ ਕੇ ਵਿਪਨ ਲੋਟਾ ਤੇ ਜਸਵਿੰਦਰ ਸਿੰਘ ਸਿੱਧੂ ਹੁਰਾਂ ਨੂੰ ਉਹਨਾਂ ਨੇ ਹਸਪਤਾਲ ਦਾਖਲ ਕਰਵਾਇਆ ਜੀ। ਔਰ ਇਹਨਾਂ ਦੋਵਾਂ ਦਾ ਉਹਨਾਂ ਨੇ ਆਪਣਾ ਮਰਨ ਵਰਤ ਜਿਹੜਾ ਜੀ ਉਹ ਨਹੀਂ ਤੋੜਿਆ, ਜਦੋਂ ਕਿ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਗਲੂਕੋਜ਼ ਜਿਹੜਾ ਜੀ ਉਹ ਚੜਾਇਆ ਜਾ ਰਿਹਾ। ਜਿਹੜੇ ਈਟੀਟੀ ਦੇ ਉਹਨਾਂ ਦੇ ਬਾਕੀ ਸਾਥੀ ਨੇ ਉਹ ਇਸ ਵੇਲੇ ਜਿਹੜੇ ਮੋਹਾਲੀ ਦੇ ਹਸਪਤਾਲ ਦੇ ਬਾਹਰ ਇਹਨਾਂ ਦੋਨਾਂ ਦੀ ਹਮਾਇਤ ਦੇ ਵਾਸਤੇ ਜਿਹੜੇ ਉਹ ਬੈਠੇ ਨੇ। ਇਹਨਾਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹ ਨਹੀਂ ਮੰਨਦੀ, ਉਹ ਆਪਣਾ ਮਰਨ ਵਰਤ ਜਿਹੜਾ ਹੈ ਉਹ ਨਹੀਂ ਤੋੜਨਗੇ। ਉਹਨਾਂ ਨੇ ਕਿਹਾ ਕਿ ਜ਼ਬਰਦਸਤੀ ਉਹਨਾਂ ਨੂੰ ਜੇ ਖਵਾਉਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕੀਤੀ ਗਈ ਤੇ ਇਹਦਾ ਉਹ ਵਿਰੋਧ ਕਰਨਗੇ। ਤਾਂ ਅਜੇ ਵੀ ਇਹਦਾ ਮਰਨ ਵਰਤ ਜਿਹੜਾ ਜੀ ਉਹ ਜਾਰੀ ਹੈ, ਪਰ ਸਰਕਾਰ ਜਿਹੜੀ ਹੈ ਜੀ ਉਹ ਅਜੇ ਵੀ ਇਸ ਮਾਮਲੇ ਦੇ ਉੱਤੇ ਗੱਲ ਜਿਹੜੀ ਆ ਸੁਣਨ ਦੇ ਵਾਸਤੇ ਤਿਆਰ ਨਹੀਂ। ਜੀ ਬਿਲਕੁਲ ਜੀ, ਉਹਨਾਂ ਦੇ ਕੰਨ ਦੇ ਉੱਤੇ ਕੋਈ ਜੂੰ ਨਹੀਂ ਸਰਕੀ ਤੇ ਨਾ ਹੀ ਮੈਨੂੰ ਲੱਗਦਾ ਜੀ ਇਹਨਾਂ ਦੇ ਸਰਕਣੀ ਆ। ਤੇ ਅਗਲੀ ਜਿਹੜੀ ਗੱਲ ਕਰਦੇ ਆ ਵੀ ਉਸ ਲੁੱਟ ਖੋਹ ਦੇ ਬਾਰੇ ਜ਼ਰੂਰ ਅਪਡੇਟ ਦੇ ਦਿਓ ਵੀ ਜਿਸ ਬੰਦੇ ਨੇ ਗੋਲੀ ਚਲਾਈ ਸੀ ਤੇ ਜਿਹੜਾ ਅਜੇ ਤੱਕ ਲੱਭਿਆ ਨਹੀਂ ਸੀ ਪੁਲਿਸ ਨੂੰ। ਪੁਲਿਸ ਜਿਹੜੀ ਹੈ ਜੀ ਉਹ ਹੱਥ ਮਾਰ ਰਹੀ ਹੈ ਜੇ, ਉਹਦੀ ਬਹੁਤੀ ਜਿਹੜੀ ਟੇਕ ਹੈ ਉਹ ਲੋਕਾਂ ਦੇ ਉੱਤੇ ਲੱਗੀ ਹੋਈ ਹੈ ਕਿ ਕੋਈ ਨਾ ਕੋਈ ਇਸ ਮਾਮਲੇ ਦੇ ਵਿੱਚ ਜਾਣਕਾਰੀ ਜਿਹੜੀ ਆ ਸੋਲਿਡ ਦੇਊਗਾ ਤੇ ਉਹਦੇ ਤੱਕ ਉਹ ਪਹੁੰਚ ਜੂਗੀ। ਉਂਝ ਵੈਸੇ ਜਿਹੜੀਆਂ ਜਿੰਨੀਆਂ ਕਾਲਸ ਆ ਰਹੀਆਂ ਨੇ ਉਸ ਹਿਸਾਬ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਪੁਲਿਸ ਅੱਕੀ ਪਲਾਹੀ ਹੱਥ ਆ ਜਿਹੜੇ ਜੀ ਉਹ ਮਾਰੀ ਜਾਂਦੀ ਹੈ। ਪੀਜੀ, ਡਿਸਕੋ ਘਰ, ਜਿਮ ਤੇ ਕੁਝ ਖਾਸ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਉੱਤੇ ਪੁਲਿਸ ਜਿਹੜੀ ਨੇੜੇ ਤੋਂ ਨਿਗਾਹ ਰੱਖ ਰਹੀ ਹੈ ਜੀ। ਪੁਲਿਸ ਨੇ ਕਬੱਡੀ ਦੇ ਖਿਡਾਰੀਆਂ ਤੇ ਮੁੱਕੇਬਾਜ਼ਾਂ ਦੇ ਕੋਲ ਵੀ ਲੁਟੇਰੇ ਦੀ ਫੋਟੋ ਲੈ ਕੇ ਜਿਹੜੀ ਆ ਉਹ ਗੇੜੇ ਲਾਏ ਨੇ, ਕਿਉਂਕਿ ਜੇ ਉਹ ਗੁੱਸੇ ਦਾ ਮਾਲਕ ਸੀਗਾ ਉਹਦੇ ਤੋਂ ਲੱਗਦਾ ਹੈ ਕਿ ਉਹ ਜਾਂ ਤਾਂ ਜਿਹੜਾ ਜਿਮ ਦੇ ਵਿੱਚ ਬਾਉਂਸਰ ਹੁੰਦੇ ਨੇ ਉਹ ਹੈ, ਜਾਂ ਫਿਰ ਉਹ ਕੋਈ ਖਿਡਾਰੀ ਜਿਹੜਾ ਜੀ ਉਹ ਹੋ ਸਕਦਾ। ਜਿਹੜਾ ਬੈਗ ਉਹਦੇ ਕੋਲੇ ਵਿਸ਼ੇਸ਼ ਕਿਸਮ ਦਾ ਸੀਗਾ ਜੀ, ਬੈਗਾਂ ਦੀਆਂ ਦੁਕਾਨਾਂ ਦੇ ਉੱਤੇ ਵੀ ਪੁਲਿਸ ਜਿਹੜੀ ਆ ਉਹ ਦਸਤਕ ਦੇ ਰਹੀ ਆ ਔਰ ਉੱਥੋਂ ਪਤਾ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੀ ਹੈ ਕਿ ਇਹੋ ਜਿਹੇ ਬੈਗ ਕਿਹੜੀ ਦੁਕਾਨ ਤੋਂ ਵਿਕਦੇ ਨੇ ਤੇ ਕਦੋਂ ਕਿੰਨੇ ਕੁ ਖਰੀਦ ਕੇ ਜਿਹੜਾ ਕੋਈ ਲੈ ਕੇ ਗਿਆ। ਅਜੇ ਤੱਕ ਪੁਲਿਸ ਦਾ ਇਹ ਕਹਿਣਾ ਸੀ ਕਿ ਉਹ ਪੁਲਿਸ ਕਹਿੰਦੀ ਹੈ ਕਿ ਸਾਡੇ ਕੋਲੇ ਬਹੁਤ ਸਾਰੀ ਜਾਣਕਾਰੀ ਜਿਹੜੀ ਪਹੁੰਚ ਗਈ ਹੈ, ਪਰ ਅਜੇ ਤੱਕ ਲੱਗਦਾ ਹੈ ਕਿ ਪੁਲਿਸ ਇਸ ਲੁੱਟ ਖੋਹ ਵਾਲੇ ਦੇ ਨੇੜੇ ਜਿਹੜੇ ਉਹ ਨਹੀਂ ਪਹੁੰਚੀ। ਇਹਦੇ ਨਾਲ ਕਈ ਤਰ੍ਹਾਂ ਦੇ ਸਵਾਲ ਜਿਹੜੇ ਇਹ ਖੜੇ ਹੋ ਰਹੇ ਨੇ ਜੀ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹ ਕਿਵੇਂ ਦਿਨੋਂ ਦਿਨ ਵਿਗੜਦੀ ਤੁਰੀ ਜਾਂਦੀ ਹੈ। ਜੀ ਬਿਲਕੁਲ ਜੀ, ਲਾਅ ਐਂਡ ਆਰਡਰ ਦਾ ਬਿਲਕੁਲ ਇਹਨਾਂ ਨੇ ਬੇੜਾ ਗਰਕ ਕਰਤਾ ਜੀ। ਤੇ ਜਿਹੜਾ ਜੀ ਜਾਣ ਤੋਂ ਪਹਿਲਾਂ ਹੁਣ ਆਪਾਂ ਅੱਜਨਾਮਾ ਜੀ ਕਿ ਲੱਗੀ ਲੀਗ ਕਬੱਡੀ ਕੋਈ ਹੋਣ ਲੰਡਨ ਜੀ, ਕੂਚ ਉਧਰ ਦਾ ਫੌਜ ਹੈ ਕਰਨ ਲੱਗੀ ਜੀ। ਲੱਗੀ ਲੀਗ ਕਬੱਡੀ ਕੋਈ ਹੋਣ ਲੰਡਨ, ਕੂਚ ਉਧਰ ਦਾ ਫੌਜ ਹੈ ਕਰਨ ਲੱਗੀ, ਚੱਲੇ ਕਰਨ ਕਈ ਖੇਡਾਂ ਦਾ ਚਾਅ ਪੂਰਾ, ਕਈਆਂ ਕੋਲੋਂ ਕਬੱਡੀ ਕਰਨ ਲੱਗੀ ਜੀ।
ਜਿਹੜੀ ਫੌਜ ਨੇ ਸਿਰਫ ਉਡਾਰ ਹੋਣਾ, ਉਹ ਤੁਰਦਿਆਂ ਨਾਲ ਹੈ ਤਰਨ ਲੱਗੀ, ਜਿੰਨਾ ਜਾਣ ਦੇ ਲਈ ਹੈ ਮਦਦ ਦੇਣੀ, ਜੇਬ ਉਹਨਾਂ ਦੀ ਸੁਣੀ ਦੀ ਭਰਨ ਲੱਗੀ ਜੀ। ਮਗਰ ਖੇਡਦੇ ਚੱਲਣਗੇ ਕਈ ਚੱਕਰ, ਕਈ ਰੰਗ ਦਾ ਹੋਣ ਹੈ ਜ਼ਿਕਰ ਲੱਗਾ। ਮਗਰ ਖੇਡਦੇ ਚੱਲਣਗੇ ਕਈ ਚੱਕਰ, ਕਈ ਰੰਗ ਦਾ ਹੋਣ ਹੈ ਜ਼ਿਕਰ ਲੱਗਾ। ਪੱਲੇ ਫੇਰ ਬਦਨਾਮੀ ਨਾ ਪਏ ਕਿਧਰੇ, ਸਾਊ ਲੋਕਾਂ ਨੂੰ ਹੋਣ ਹੈ ਫਿਕਰ ਲੱਗਾ। ਜੀ 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 ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਅੱਜ ਦੀਆਂ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਜਿਹੜੀ ਆਪਾਂ ਝਾਤ ਮਾਰੀ ਆ। ਬਹੁਤ ਸ਼ੁਕਰੀਆ। ਕੱਲ ਤੱਕ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸੋ ਸੁਣਨਾ ਸੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਇੱਥੇ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਹੁਣ ਮੈਨੂੰ ਵੀ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।